ਸਾਡੇ ਮੁਲਕ ਅੰਦਰ ਅੱਜ 2021 ਸਾਲ ਦਾ ਸੂਰਜ ਅਸਤ ਹੋ ਚੁੱਕਾ ਹੈ। ਭਾਵ ਕਿ ਪੁਰਾਣਾ ਸਾਲ ਗੁਜ਼ਰ ਗਿਆ ਹੈ, ਲੰਘ ਗਿਆ ਹੈ ਤੇ ਨਵਾਂ ਸਾਲ 2022 ਕੱਲ ਆਉਣ ਵਾਲਾ ਹੈ। ਨਵੇਂ ਸਾਲ ਦਾ ਸੂਰਜ ਨਵੀਂ ਲੋ ਨਵੀਂ ਕਿਰਨ ਲੈ ਕੇ ਆਏਗਾ। ਚੜ੍ਹਦੇ ਸੂਰਜ ਨੂੰ ਕਹਿੰਦੇ ਨੇ ਦੁਨੀਆ ਸਲਾਮਾ ਕਰਦੀ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਕੱਲ ਨਵਾਂ ਸਾਲ 2022 ਦਾ ਸਾਲ ਹਰੇਕ ਲਈ ਚੜ੍ਹਦਾ ਸੂਰਜ ਬਣ ਕੇ ਸਾਹਮਣੇ ਆਵੇ, ਹਰੇਕ ਦੀ ਜ਼ਿੰਦਗੀ ਰੁਸ਼ਨਾਏ। ਤੇ ਆਪਾਂ ਹੁਣ ਗੱਲ ਕਰਦੇ ਹਾਂ 2021 ਬੀਤੇ ਵਰੇ ਦੀ। ਤਾਂ ਬੀਤੇ ਵਰੇ ਉੱਤੇ ਲੇਖਾ ਜੋਖਾ ਕਰਦਿਆਂ ਇਹ ਗੱਲ ਵੱਡੇ ਪੱਧਰ 'ਤੇ ਆਉਂਦੀ ਹੈ ਕਿ ਇਹ ਕਿਸਾਨ ਸੰਘਰਸ਼ ਦੇ ਨਾਮ ਰਿਹਾ ਹੈ। ਕਿਸਾਨ ਸੰਘਰਸ਼ ਜਿਸ ਦੀ ਇੱਕ ਵੱਡੀ ਸਿਫਤ ਰਹੀ ਹੈ ਕਿ ਇਸ ਦੀ ਅਗਵਾਈ ਪੰਜਾਬੀਆਂ ਨੇ ਕੀਤੀ, ਪੰਜਾਬ ਨੇ ਕੀਤੀ ਤੇ 3 ਖੇਤੀ ਕਾਨੂੰਨਾਂ ਦੇ ਮਾਮਲੇ ਉੱਤੇ ਇਹ ਪਹਿਲੇ ਫੇਜ਼ ਦੇ ਵਿੱਚ ਫਤਿਹ ਵੀ ਹੋਇਆ ਹੈ। ਕਿਸਾਨ ਸੰਘਰਸ਼ ਜਿਸ ਦੀ ਅਗਵਾਈ ਪੰਜਾਬੀ ਲੀਡਰਸ਼ਿਪ ਦੇ ਮੋਢਿਆਂ ਉੱਤੇ ਸੀ ਤੇ ਉਸ ਮਗਰੋਂ ਇੱਕ ਫਤਿਹ ਨਸੀਬ ਹੋਣੀ ਜਿਸ ਨਾਲ ਪੰਜਾਬ ਦਾ ਸਿਆਸੀ ਕੱਦ, ਰਾਜਸੀ ਕੱਦ ਤੇ ਸਮਾਜਿਕ ਕੱਦ ਇੱਕ ਵਾਰ ਫਿਰ ਪ੍ਰਚੰਡ ਹੋਇਆ ਹੈ। ਕਿਉਂਕਿ ਪੰਜਾਬੀਆਂ ਨੇ ਜਿੱਥੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਵੱਧ ਕੁਰਬਾਨੀਆਂ ਦਿੱਤੀਆਂ ਤੇ ਦੇਸ਼ ਦੀ ਆਜ਼ਾਦੀ ਨੂੰ ਪੰਜਾਬੀਆਂ ਦੇ ਨਾਮ ਕੀਤਾ, ਉਸ ਮਗਰੋਂ ਇੱਕ ਵਾਰ ਦੇਸ਼ ਦੀ ਹਕੂਮਤ ਨੇ ਜਦੋਂ ਐਮਰਜੈਂਸੀ ਲਗਾਈ ਤਾਂ ਉਸ ਹਕੂਮਤੀ ਫੈਸਲੇ ਦੇ ਵਿਰੁੱਧ ਵੀ ਪੰਜਾਬੀ ਵੱਧ ਚੜ੍ਹ ਕੇ ਨਿੱਤਰੇ। ਤੇ ਇਸ ਮਗਰੋਂ ਹੁਣ ਕਿਸਾਨ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਪੰਜਾਬੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ, ਲੀਡਰਸ਼ਿਪ ਦਾ ਲੋਹਾ ਮਨਵਾਇਆ, ਉਹ ਇੱਕ ਮਿਸਾਲ ਹੋ ਨਿਬੜਿਆ ਤੇ ਦੁਨੀਆ ਭਰ ਦੇ ਵਿੱਚ ਇਸ ਸੰਘਰਸ਼ ਨੂੰ ਅਗਲੇ ਸਮੇਂ ਅਕਾਦਮਿਕ ਪੱਧਰ ਉੱਤੇ, ਖੋਜ ਪੱਧਰ ਉੱਤੇ ਘੋਖਿਆ ਵਾਚਿਆ ਜਾਂਦਾ ਰਹੇਗਾ, ਜਿਹਦੇ ਵਿੱਚ ਪੰਜਾਬ ਦਾ ਜ਼ਿਕਰ ਆਉਣਾ ਸੁਭਾਵਿਕ ਹੀ ਹੈ। ਉਂਝ ਉਹ ਗੱਲ ਵੱਖਰੀ ਸਾਹਮਣੇ ਆ ਰਹੀ ਹੈ ਕਿ ਜਿਸ ਕਿਸਾਨ ਲੀਡਰਸ਼ਿਪ ਨੇ ਬੜੀ ਸੂਝ-ਬੂਝ ਤੇ ਸਿਆਣਪ ਦੇ ਨਾਲ ਇਸ ਸੰਘਰਸ਼ ਨੂੰ ਫਤਿਹ ਤੱਕ ਲਿਜਾਇਆ ਗਿਆ, ਉਹ ਹੁਣ ਚੋਣਾਂ ਦੀ ਸਿਆਸਤ ਦੇ ਵਿੱਚ ਖੁਦ ਪਾਟੋ ਧਾੜ ਦੀ ਸਥਿਤੀ ਦੇ ਵਿੱਚ ਹੋ ਗਈ ਹੈ। 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਵੱਡਾ ਗੁੱਟ ਚੁਣਾਵੀ ਮਾਮਲੇ ਦੇ ਵਿੱਚ, ਭਾਵ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ 2022 ਦੇ ਵਿੱਚ ਇਸ ਸਾਲ ਹੋਣੀਆਂ ਹਨ, ਉਹਦੇ ਵਿੱਚ ਖੁੱਭਣ ਲਈ ਉਤਾਵਲਾ ਹੈ ਤੇ ਇੱਕ ਗੁੱਟ ਚੋਣਾਂ ਤੋਂ ਬਾਹਰ ਰਹਿ ਕੇ ਕਿਸਾਨੀ ਸੰਘਰਸ਼ ਨੂੰ ਜਿਸ ਦਾ ਅਗਲਾ ਫੇਸ ਅਜੇ ਹੋਣਾ ਹੈ, ਉਹਦਾ ਫੈਸਲਾ ਹੋਣਾ ਹੈ, ਜਿਸ ਦੇ ਵਿੱਚ MSP ਦਾ ਮਾਮਲਾ ਹੈ ਤੇ ਨਾਲ ਹੀ ਗ੍ਰਹਿ ਰਾਜ ਮੰਤਰੀ ਟੋਨੀ ਮਿਸ਼ਰਾ ਜਿਸ ਉੱਤੇ ਲਖੀਮਪੁਰ ਖੀਰੀ ਦੇ ਮਾਮਲੇ ਦਾ ਕਥਿਤ ਦੋਸ਼ ਹੈ, ਉਹ ਸਾਰੇ ਮਾਮਲੇ ਅਜੇ ਅਦਵਾਟੇ ਫਸੇ ਹੋਏ ਹਨ। ਤੇ ਅਜਿਹੇ ਮਾਮਲੇ ਉੱਤੇ ਸੰਯੁਕਤ ਕਿਸਾਨ ਮੋਰਚੇ ਉੱਤੇ ਵੀ ਇਸ ਵੇਲੇ ਪੰਜਾਬੀਆਂ ਦੀਆਂ ਇਸ ਕਦਰ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ 15 ਜਨਵਰੀ ਨੂੰ ਜਿਹੜੀ ਮੋਰਚੇ ਦੀ ਇੱਕ ਮੁੜ ਅਹਿਮ ਮੀਟਿੰਗ ਹੋ ਰਹੀ ਹੈ, ਉਸ ਦੇ ਵਿੱਚ ਜਿਹੜੀਆਂ ਸਿਆਸੀ ਧਿਰਾਂ ਬਣ ਰਹੀਆਂ ਨੇ, ਕਿਸਾਨ ਮੋਰਚੇ ਦੀਆਂ ਜਿਹੜੀਆਂ ਹਿੱਸਾ ਸਨ ਉਹ ਸਿਆਸਤ ਵਿੱਚ ਪ੍ਰਵੇਸ਼ ਕਰ ਰਹੀਆਂ ਨੇ, ਉਹਨਾਂ ਬਾਰੇ ਕੀ ਫੈਸਲਾ ਲਿਆ ਜਾਏਗਾ ਜਾਂ ਲਿਆ ਜਾਂਦਾ ਹੈ। ਅਜਿਹੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੀ ਇੱਕ ਇਮਤਿਹਾਨ ਦੇ ਵਿੱਚ ਪਿਆ ਹੋਇਆ ਮਹਿਸੂਸ ਹੋ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਇੰਨੀਆਂ ਵੱਡੀਆਂ ਧਿਰਾਂ ਨੂੰ ਜਿਹੜੀਆਂ ਚੋਣਾਂ ਦੇ ਮਾਮਲੇ ਦੇ ਵਿੱਚ ਖੁੱਭਣ ਲਈ ਉਤਾਵਲੀਆਂ ਹਨ, ਉਹਨਾਂ ਬਾਰੇ ਕਿਸ ਤਰ੍ਹਾਂ ਤੇ ਕਿਵੇਂ ਫੈਸਲਾ ਲਵੇਗਾ। ਉਂਝ ਸੰਯੁਕਤ ਕਿਸਾਨ ਮੋਰਚੇ ਉੱਤੇ ਆਮ ਲੋਕਾਂ ਦੀ ਇਹ ਰਾਏ ਹੈ ਕਿ ਸਭ ਤੋਂ ਪਹਿਲ ਤਾਂ ਇਹ ਹੋਣੀ ਚਾਹੀਦੀ ਸੀ ਕਿ ਜਿਹੜੀਆਂ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ, ਜਿੰਨਾ ਚਿਰ ਉਹ ਨਾ ਮਨਵਾਈਆਂ ਜਾਣ, ਕਿਸਾਨ ਮੋਰਚਾ ਸੰਪੂਰਨ ਫਤਿਹ ਨਾ ਹੋਵੇ, ਉਹਨਾਂ ਚਿਰ ਸਿਆਸਤ ਦੀ ਗੱਲ ਨੂੰ ਲੰਬ ਹੀ ਰੱਖਿਆ ਜਾਵੇ। ਪਰੰਤੂ ਕਿਸਾਨ ਧਿਰਾਂ ਇਸ ਸਿਆਸਤ ਵੱਲ ਖੁੱਭ ਚੁੱਕੀਆਂ ਹਨ ਤਾਂ ਅਜਿਹੇ ਦੇ ਵਿੱਚ ਸੁਭਾਵਿਕ ਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਇਸ ਇਮਤਿਹਾਨ ਦੀ ਘੜੀ ਦੇ ਵਿੱਚੋਂ ਕਿਵੇਂ ਬਾਹਰ ਆਏਗਾ। ਆਪਾਂ ਨਵੇਂ ਸਾਲ ਦੀ ਗੱਲ ਕਰ ਰਹੇ ਹਾਂ ਤਾਂ ਨਵੇਂ ਸਾਲ ਉੱਤੇ ਜਿੱਥੇ ਦੇਸ਼ ਦੀ ਸੱਤਾ ਧਿਰ ਉੱਤੇ ਕਾਬਜ਼
ਭਾਰਤੀ ਜਨਤਾ ਪਾਰਟੀ ਵੱਡੇ ਇਮਤਿਹਾਨ ਦੇ ਵਿੱਚ ਹੈ, ਉੱਥੇ ਪੰਜਾਬ ਦੀ ਸੱਤਾ ਧਿਰ ਕਾਂਗਰਸ ਵੀ ਇਸ ਵੇਲੇ ਵੱਡੇ ਇਮਤਿਹਾਨ ਦੇ ਵਿੱਚ ਹੈ, ਕਿਉਂਕਿ ਭਾਜਪਾ ਵੱਲ ਲੋਕਾਂ ਦੀਆਂ ਖਾਸ ਕਰਕੇ ਕਿਸਾਨੀ ਦੀਆਂ ਇਸ ਕਦਰ ਨਜ਼ਰਾਂ ਲੱਗੀਆਂ ਹੋਈਆਂ ਹਨ ਕਿ ਇਸ ਸਾਲ 2022 ਦੇ ਵਿੱਚ ਫਸਲਾਂ ਦੇ 1.5 ਗੁਣਾ ਦੁੱਗਣੇ ਭਾਅ ਕਿਵੇਂ ਹੋਣਗੇ, ਕਿਉਂਕਿ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਮੇਂ ਐਲਾਨ ਕੀਤਾ ਸੀ ਕਿ 2022 ਨੂੰ ਫਸਲਾਂ ਦੇ ਜਿਹੜੇ ਭਾਅ ਨੇ ਉਹ 1.5 ਗੁਣਾ ਜਾਂ ਦੁੱਗਣੇ ਕਰ ਦਿੱਤੇ ਜਾਣਗੇ, ਕਿਉਂਕਿ ਹਾੜੀ ਦੀ ਫਸਲ ਜਿਹੜੀ ਹੁਣ 2022 ਦੇ ਵਿੱਚ ਆ ਰਹੀ ਹੈ ਉਹਦੇ ਵਿੱਚ 3-4 ਮਹੀਨੇ ਹੀ ਬਾਕੀ ਹਨ ਤੇ ਵੇਖਣਾ ਹੋਵੇਗਾ ਕਿ ਜਿਹੜੀ ਹਾੜੀ ਦੀ ਪ੍ਰਮੁੱਖ ਫਸਲ ਹੈ ਕਣਕ ਜਾਂ ਹਾੜੀ ਦੀਆਂ ਹੋਰ ਫਸਲਾਂ ਦੇ ਭਾਅ ਕਿਸਾਨਾਂ ਨੂੰ ਦੁੱਗਣੇ ਵਾਂਗ ਮਿਲਣਗੇ ਜਾਂ ਨਹੀਂ। ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਤੇ ਚਿੰਤਕ ਸੂਤਰ ਦੱਸਦੇ ਹਨ ਕਿ ਇਸ ਮਾਮਲੇ ਉੱਤੇ ਭਾਜਪਾ ਵਾਕਈ ਹੀ ਇੱਕ ਵੱਡੇ ਇਮਤਿਹਾਨ ਦੇ ਵਿੱਚ ਹੈ। ਉੱਧਰ ਪੰਜਾਬ ਦੀ ਕਾਂਗਰਸ ਸਰਕਾਰ ਜਿਹੜੀ ਕਿ ਹੁਣ ਚੰਨੀ ਸਰਕਾਰ ਵਜੋਂ ਵੀ ਸੱਦੀ ਜਾਂਦੀ ਹੈ, ਇਸ ਵਜੋਂ ਵੱਡੇ ਇਮਤਿਹਾਨ ਦੇ ਵਿੱਚ ਹੈ ਕਿ 2017 ਦੇ ਵਿੱਚ ਕਾਂਗਰਸ ਸਰਕਾਰ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਨ ਦੇ ਐਲਾਨ ਉੱਤੇ ਆਈ ਹੋਈ ਦੱਸੀ ਜਾਂਦੀ ਹੈ, ਕਿਉਂਕਿ ਕਿਸਾਨੀ ਦਾ ਵੱਡਾ ਹਿੱਸਾ ਉਸ ਵੇਲੇ ਕਾਂਗਰਸ ਵੱਲ ਭੁਗਤਿਆ ਕਿ ਇਹ ਲੋਕ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਨਗੇ, ਕਿਉਂਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੇ ਉਸ ਦੀ ਸਮੁੱਚੀ ਲਾਬੀ ਨੇ ਇੱਕ ਮੰਚ ਉੱਤੇ ਖੜ ਕੇ ਜਿੱਥੇ ਗੁਟਕਾ ਸਾਹਿਬ ਦੀ ਇਸ ਵਜੋਂ ਸਹੁੰ ਚੁੱਕੀ, ਉੱਥੇ ਸਪਸ਼ਟ ਤੌਰ ਤੇ ਐਲਾਨ ਕੀਤਾ ਕਿ ਕਿਸਾਨੀ ਦੇ ਹਰ ਤਰ੍ਹਾਂ ਦੇ ਕਰਜ਼ੇ ਚਾਹੇ ਬੈਂਕਾਂ ਦੇ ਨੇ ਆੜ੍ਹਤੀਆਂ ਦੇ ਨੇ ਉਹਨਾਂ ਉੱਤੇ ਸਾਰੀ ਲੀਕ ਫੇਰ ਦਿੱਤੀ ਜਾਏਗੀ। ਪਰੰਤੂ ਸਰਕਾਰ ਜਿਹੜੀ ਕਿ ਹੁਣ ਕਰੀਬ 5 ਸਾਲ ਹੰਢਾ ਚੁੱਕੀ ਹੈ, ਕਾਂਗਰਸ ਸਰਕਾਰ, ਉਸ ਵੱਲੋਂ ਇਸ ਪਾਸੇ ਵੱਲ ਉਸ ਕਦਰ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਦੁਬਾਰਾ ਕਾਂਗਰਸ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਪਵੇਗਾ ਤਾਂ ਉਹ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਮੁੱਦਾ ਚੋਣ ਪਿੜ ਦੇ ਵਿੱਚ ਫਿਰ ਵੱਡੇ ਪੱਧਰ ਉੱਤੇ ਭਖੇਗਾ ਤੇ ਜਵਾਬਦੇਹੀ ਕਾਂਗਰਸ ਸਰਕਾਰ ਦੀ ਹੋਵੇਗੀ, ਕਾਂਗਰਸ ਲੀਡਰਸ਼ਿਪ ਦੀ ਹੋਵੇਗੀ ਤੇ ਇਹ ਜਵਾਬਦੇਹੀ ਵੀ ਉਹ ਲੋਕ ਕਰਨਗੇ ਜਿਨ੍ਹਾਂ ਨੇ ਹੁਣ ਹਾਲ ਹੀ ਦੇ ਵਿੱਚ ਦਿੱਲੀ ਦਾ ਸੰਘਰਸ਼ ਜਿੱਤਿਆ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅੱਗੇ ਲਾ ਕੇ 3 ਖੇਤੀ ਕਾਨੂੰਨ ਵਾਪਸ ਕਰਵਾਏ ਹਨ ਤੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਉਹ ਜੇਤੂ ਕਿਸਾਨ ਪੰਜਾਬ ਸਰਕਾਰ ਨਾਲ ਕਿਵੇਂ ਨਜਿੱਠਦੇ ਨੇ ਜਾਂ ਆਮ ਕਿਸਾਨ ਚੁਣਾਵੀ ਮੰਚ ਉੱਤੇ ਕਾਂਗਰਸ ਨੂੰ ਕਿਸ ਤਰ੍ਹਾਂ ਲੈਂਦੇ ਨੇ। ਭਾਵੇਂ ਇਸ ਵੇਲੇ ਸੱਤਾ ਧਿਰ ਕਾਂਗਰਸ ਇਸ ਗੱਲੋਂ ਆਪਣਾ ਬੜਾ ਵੱਡਾ ਬਚਾਅ ਕਰ ਰਹੀ ਹੈ ਕਿ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫੀ ਦੇ ਮਾਮਲੇ ਉੱਤੇ ਐਲਾਨ ਸੀ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਤੇ ਉਹ ਹੁਣ ਕਾਂਗਰਸ ਦੇ ਵਿੱਚ ਨਹੀਂ ਹਨ, ਉਹਨਾਂ ਨਵੀਂ ਪਾਰਟੀ ਬਣਾ ਲਈ ਹੈ। ਪਰੰਤੂ ਕਿਸਾਨ ਮਨਾਂ ਦੀ ਗੱਲ ਕਰੀਏ ਤਾਂ ਉਹ ਸਮੁੱਚੀ ਕਾਂਗਰਸ ਨੂੰ ਇਸ ਮਾਮਲੇ ਦੀ ਗਿਰਫਤ ਵਿੱਚ ਲੈਂਦੇ ਹਨ ਕਿ ਉਸ ਵੇਲੇ ਕਾਂਗਰਸ ਨੇ ਇਹ ਮਾਮਲਾ ਚੋਣ ਮੈਨੀਫੈਸਟੋ ਵਿੱਚ ਵੀ ਪਾਇਆ ਤੇ ਚੋਣ ਮੈਨੀਫੈਸਟੋ ਕਾਂਗਰਸ ਦੀ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਪੱਧਰ ਦੀ ਸਾਰੀ ਲੀਡਰਸ਼ਿਪ ਨੇ ਸਹੀ ਪਾ ਕੇ ਜਾਰੀ ਕੀਤਾ ਸੀ। ਅਜਿਹੇ ਦੇ ਵਿੱਚ ਕਾਂਗਰਸ ਹੁਣ ਵੇਲੇ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਅਜਿਹੇ ਸਵਾਲ ਤੇ ਗੁੱਸੇ ਤੋਂ ਬਚ ਨਹੀਂ ਸਕਦੀ, ਅਜਿਹਾ ਚਿੰਤਕਾਂ ਦਾ ਕਹਿਣਾ ਹੈ। ਹੁਣ ਵੇਖਣਾ ਹੋਵੇਗਾ ਕਿ ਚੰਨੀ ਸਰਕਾਰ ਇਸ ਮਾਮਲੇ ਉੱਤੇ ਕਿਸਾਨੀ ਨਾਲ ਕਿਵੇਂ ਨਜਿੱਠਦੀ ਹੈ, ਕਿਉਂਕਿ ਪਿਛਲੇ ਸਮੇਂ ਤੋਂ ਦਿੱਲੀ ਦਾ ਸੰਘਰਸ਼ ਜਿੱਤਣ ਤੋਂ ਵੱਡੀ ਗਿਣਤੀ ਕਿਸਾਨੀ ਧਿਰਾਂ ਇਸ ਮਾਮਲੇ ਉੱਤੇ ਆਏ ਦਿਨ ਚੰਨੀ ਸਰਕਾਰ ਨੂੰ ਘੇਰ ਰਹੀਆਂ ਹਨ ਤੇ ਇਸ ਮਾਮਲੇ ਉੱਤੇ ਹੁਣ ਤੱਕ ਕਈ ਗੇੜ ਦੀ ਗੱਲਬਾਤ ਵੀ ਹੋ ਚੁੱਕੀ ਹੈ। ਆਪਾਂ ਗੱਲ ਕਰ ਰਹੇ ਸੀ ਨਵੇਂ ਸਾਲ ਦੀ, ਤਾਂ ਨਵੇਂ ਸਾਲ 2022 ਉੱਤੇ ਆਈਏ ਤਾਂ ਵੇਖਣ ਵਾਲੀ ਇੱਕ ਅਹਿਮ ਗੱਲ ਹੈ ਕਿ ਜਿੱਥੇ ਪੰਜਾਬ ਦੇ ਅੰਦਰ ਭਾਜਪਾ ਦਾ ਬਹੁਤ ਵੱਡਾ ਵਿਰੋਧ ਸੀ, ਉੱਥੇ ਭਾਜਪਾ ਤੀਜੀ ਜਾਂ ਚੌਥੀ ਸਿਆਸੀ ਜਮਾਤ ਵਜੋਂ ਪੰਜਾਬ ਦੇ ਵਿੱਚ ਵਿਚਰਨ ਲੱਗੀ ਹੈ। ਚਿੰਤਕ ਦੱਸਦੇ ਹਨ ਕਿ ਅਜਿਹਾ ਇਸ ਕਦਰ ਵਾਪਰਿਆ ਹੈ ਕਿਉਂਕਿ ਭਾਜਪਾ ਦਾ ਕਿਸਾਨੀ ਸੰਘਰਸ਼ ਦੇ ਸੰਦਰਭ ਦੇ ਵਿੱਚ ਇੱਕ ਇੰਨਾ ਜ਼ਿਆਦਾ ਵਿਰੋਧ ਹੋ ਉਪਜਿਆ ਕਿ ਉਸ ਵਿਰੋਧ ਦੇ ਵਿੱਚੋਂ ਭਾਜਪਾ ਨੇ ਸਿਆਸੀ ਵਜੂਦ ਕਾਇਮ ਕੀਤਾ ਤੇ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਭਾਜਪਾ ਹੋਣ ਦੀ ਬਦੌਲਤ
ਭਾਜਪਾ ਨੇ ਇਸ ਮਾਮਲੇ ਨੂੰ ਸਿਆਸਤ ਦੇ ਸੰਦਰਭ ਦੇ ਵਿੱਚ ਹੋਰ ਅੱਗੇ ਵਧਾਇਆ ਤੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਇੱਕ ਸਥਿਰਤਾ ਵੱਲ ਲਿਆਂਦਾ ਹੈ। ਹੁਣ ਅੱਗੇ ਵੇਖਣਾ ਹੋਵੇਗਾ ਕਿ ਭਾਜਪਾ ਅਗਲੇ ਸਮੇਂ ਪੰਜਾਬ ਦੀ ਸਿਆਸੀ ਜ਼ਮੀਨ ਉੱਤੇ ਕਿੰਨੀ ਕੁ ਕਾਮਯਾਬ ਹੁੰਦੀ ਹੈ। ਉਧਰ ਆਪਾਂ ਕਰੋਨਾ ਦੀ ਗੱਲ ਕਰਦੇ ਹਾਂ ਤਾਂ ਸਮੁੱਚੀ ਦੁਨੀਆ ਦੀ, ਸਾਡੇ ਦੇਸ਼ ਭਾਰਤ ਦੀ ਅਰਥ ਵਿਵਸਥਾ ਕਾਫੀ ਡਾਵਾਂਡੋਲ ਹੋਈ ਸੀ ਤੇ ਹਾਲੇ ਇਹ ਮੁੜ ਅਰਥ ਵਿਵਸਥਾ ਪਟੜੀ ਉੱਤੇ ਪਈ ਹੀ ਹੈ ਕਿ ਦੁਬਾਰਾ ਓਮੀਕਰੋਨ ਦਾ ਖਤਰਾ ਵੱਧ ਰਿਹਾ ਹੈ। ਅਸੀਂ ਸਾਰੇ ਸੁਖਨਾ ਸੁਖਦੇ ਹਾਂ ਕਿ ਨਵਾਂ ਸਾਲ ਪੂਰੀ ਮਨੁੱਖਤਾ ਨੂੰ ਅਜਿਹੀਆਂ ਆਫਤਾਂ ਤੋਂ ਬਚਾ ਕੇ ਰੱਖੇ। ਆਓ ਆਪਾਂ ਨਵੇਂ ਸਾਲ ਉੱਤੇ ਜਿੱਥੇ ਇੱਕ ਦੂਜੇ ਨੂੰ ਵਧਾਈ ਦਈਏ, ਉੱਥੇ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰੀਏ। ਅੱਜ ਦੇ ਅਜਿਹੇ ਵਿਸ਼ਲੇਸ਼ਣ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਸਤਿ ਸ੍ਰੀ ਅਕਾਲ।